ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਗੱਲ ਕਰਾਂਗੇ ਸਰਕੂਲੇਟਰੀ ਸਿਸਟਮ ਦੇ ਬਾਰੇ। ਸਰਕੂਲੇਟਰੀ ਸਿਸਟਮ ਜਿਹਨੂੰ ਪੰਜਾਬੀ ਵਿੱਚ ਖੂਨ ਸੰਚਾਰ ਪ੍ਰਣਾਲੀ ਵੀ ਕਿਹਾ ਜਾਂਦਾ ਹੈ। ਅੱਜ ਅਸੀਂ ਡਿਟੇਲ 'ਚ ਗੱਲ ਕਰਾਂਗੇ ਕਿ ਸਰਕੂਲੇਟਰੀ ਸਿਸਟਮ ਦੇ ਮੁੱਖ ਅੰਗ ਕਿਹੜੇ ਨੇ ਅਤੇ ਇਹ ਕੰਮ ਕਿਵੇਂ ਕਰਦਾ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਵਾਟ ਇਜ਼ ਅ ਸਰਕੂਲੇਟਰੀ ਸਿਸਟਮ, ਆਖਿਰ ਖੂਨ ਸੰਚਾਰ ਪ੍ਰਣਾਲੀ ਹੈ ਕੀ। The system that contain the heart and the blood vessel and move blood throughout the body। ਇੱਕ ਅਜਿਹਾ ਸਿਸਟਮ ਜਾਂ ਇੱਕ ਅਜਿਹੀ ਪ੍ਰਣਾਲੀ ਜਿਸ ਵਿੱਚ ਦਿਲ ਅਤੇ ਖੂਨ ਦੀਆਂ ਨਾੜੀਆਂ ਸ਼ਾਮਿਲ ਹੁੰਦੀਆਂ ਨੇ ਤੇ ਪੂਰੇ ਸਰੀਰ ਵਿੱਚ ਖੂਨ ਚਲਾਉਂਦੀਆਂ ਨੇ। ਤਾਂ ਇਹਦੇ ਤੋਂ ਇੱਕ ਗੱਲ ਸਾਨੂੰ ਸਿੱਧ ਹੋ ਜਾਂਦੀ ਹੈ ਕਿ ਸਰਕੂਲੇਟਰੀ ਸਿਸਟਮ ਇੱਕ ਅਜਿਹਾ ਸਿਸਟਮ ਹੈ ਜਿਹਦੇ ਵਿੱਚ ਬਲੱਡ ਆ ਜਿਹੜਾ ਉਹ ਪੂਰੀ ਬਾਡੀ ਦੇ ਵਿੱਚ ਸਰਕੂਲੇਟ ਕਰਦਾ ਹੈ। This system help tissue get enough oxygen and nutrients and it help them get rid of waste product। ਇਹ ਪ੍ਰਣਾਲੀ ਹੈ ਜਿਹੜੀ ਟਿਸ਼ੂਆਂ ਨੂੰ ਲੋੜੀਂਦੀ ਆਕਸੀਜਨ ਦਿੰਦੀ ਹੈ ਤੇ ਪੌਸ਼ਟਿਕ ਤੱਤ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ ਅਤੇ ਉਹਨਾਂ ਨੂੰ ਰਹਿੰਦ ਖੂਹਣ ਦੇ ਉਤਪਾਦਾਂ ਤੋਂ ਛੁਟਕਾਰਾ ਪਾਉਣ ਵਿੱਚ ਵੀ ਹੈਲਪ ਕਰਦੀ ਹੈ। ਤਾਂ ਇਸ ਤੋਂ ਬਾਅਦ ਸਰਕੂਲੇਟਰੀ ਸਿਸਟਮ ਨੂੰ ਆਖਿਰ ਸਭ ਤੋਂ ਪਹਿਲਾਂ ਦੱਸਿਆ ਕਿਹਨੇ ਇਹਦੇ ਬਾਰੇ। ਤਾਂ ਅਕਸਰ ਕੁਐਸਚਨ ਆ ਜਾਂਦਾ ਪੇਪਰ ਦੇ ਵਿੱਚ, ਹੂ ਟੋਲਡ ਅਬਾਊਟ ਬਲੱਡ ਸਰਕੂਲੇਸ਼ਨ ਫਸਟ। ਸਭ ਤੋਂ ਪਹਿਲਾਂ ਬਲੱਡ ਸਰਕੂਲੇਸ਼ਨ ਦੇ ਬਾਰੇ ਕਿਸਨੇ ਦੱਸਿਆ? ਤਾਂ ਇਹਦਾ ਸਹੀ ਉੱਤਰ ਹੈ ਵਿਲੀਅਮ ਹਾਰਵੇ। ਵਿਲੀਅਮ ਹਾਰਵੇ ਨਾਮ ਦੇ ਇੱਕ ਵਿਅਕਤੀ ਨੇ ਬਲੱਡ ਸਰਕੂਲੇਸ਼ਨ ਦੇ ਬਾਰੇ ਸਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀ। ਹੁਣ ਵਾਟ ਇਜ਼ ਅ ਬਲੱਡ? ਜਿਸ ਬਲੱਡ ਦੀ ਅਸੀਂ ਗੱਲ ਕਰਦੇ ਹਾਂ ਕਿ ਸਰਕੂਲੇਟਰੀ ਸਿਸਟਮ ਦੇ ਵਿੱਚੋਂ ਬਲੱਡ ਹੈ ਜਿਹੜਾ ਫਲੋ ਕਰਦਾ, ਆਖਿਰ ਉਹ ਬਲੱਡ ਕੀ ਆ? ਤਾਂ ਬਲੱਡ ਇਜ਼ ਦਾ ਲਾਈਫ ਮੇਨਟੇਨਿੰਗ ਫਲੂਇਡ ਦੈਟ ਫਲੋ ਥਰੂ ਦਾ ਬੋਡੀਜ਼ ਬਲੱਡ ਵੈਸਲਸ। ਮਤਲਬ ਕਿ ਖੂਨ ਆ ਜਿਹੜਾ ਉਹ ਜੀਵਨ ਨੂੰ ਕਾਇਮ ਰੱਖਣ ਵਾਲਾ ਇੱਕ ਤਰਲ ਆ ਜੋ ਸਰੀਰ ਦੀਆਂ ਖੂਨ ਨਾੜੀਆਂ ਵਿੱਚੋਂ ਵਹਿੰਦਾ ਹੈ। ਭਾਵ ਕਿ ਜਿਹੜਾ ਸਾਡਾ ਬਲੱਡ ਹੈ ਉਹ ਇੱਕ ਤਰ੍ਹਾਂ ਦਾ ਫਲੂਇਡ ਹੈ ਜਿਹੜਾ ਜਿਹੜੀਆਂ ਆਰਟਰੀਜ਼ ਨੇ, ਸਾਡੀਆਂ ਵੇਨ ਨੇ, ਸਾਡੀਆਂ ਕੈਪਲਰੀਜ਼ ਨੇ, ਉਹਨਾਂ ਦੇ ਵਿੱਚੋਂ ਵਹਿੰਦਾ ਆ। ਤਾਂ ਇਹ ਸਾਡੀਆਂ ਬਲੱਡ ਵੈਸਲ ਦੀਆਂ ਟਾਈਪ ਨੇ, ਆਰਟਰੀਜ਼, ਵੇਨ, ਕੈਪਲਰੀਜ਼। ਆਰਟਰੀਜ਼ ਜਿਨ੍ਹਾਂ ਵਿੱਚੋਂ ਸਾਡਾ ਸ਼ੁੱਧ ਯਾਨੀ ਕਿ ਆਕਸੀਜਨੇਟਡ ਬਲੱਡ ਆ ਜਿਹੜਾ ਉਹ ਫਲੋ ਕਰਦਾ ਹੈ। ਵੇਨਸ ਜਿਨ੍ਹਾਂ ਵਿੱਚ ਸਾਡਾ ਡੀਆਕਸੀਜਨੇਟਡ ਬਲੱਡ ਜਿਹੜਾ ਉਹ ਫਲੋ ਕਰਦਾ, ਜਿਹਨੂੰ ਅਸੀਂ ਪੰਜਾਬੀ 'ਚ ਸ਼ੁੱਧ ਖੂਨ ਵੀ ਕਹਿੰਦੇ ਹਾਂ। ਕੈਪਲਰੀਜ਼ ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਇੰਟਰਕਨੈਕਟ ਕਰਦੀਆਂ। ਤਾਂ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਵਾਟ ਇਜ਼ ਦਾ ਫੰਕਸ਼ਨ ਆਫ ਬਲੱਡ। ਹੁਣ ਅਸੀਂ ਬਲੱਡ ਜਾਣ ਲਿਆ, ਬਲੱਡ ਕਿਵੇਂ ਵਹਿੰਦਾ ਹੈ ਇਹ ਜਾਣ ਲਿਆ, ਠੀਕ ਹੈ। ਤਾਂ ਹੁਣ ਬਲੱਡ ਦੇ ਕੰਮ ਕੀ ਨੇ? ਆਖਿਰ ਬਲੱਡ ਕਰਦਾ ਕੀ ਹੈ ਸਰੀਰ ਦੇ ਵਿੱਚ? ਤਾਂ ਬਲੱਡ ਦੇ ਜਿਹੜੇ ਮੇਨ ਕੰਮ ਨੇ ਉਹ ਹੈਗੇ ਆ ਨਰਿਸ਼ਮੈਂਟ ਹੋ ਗਈ, ਇਲੈਕਟ੍ਰੋਲਾਈਟਸ ਹੋ ਗਿਆ, ਹਾਰਮੋਨਸ, ਵਿਟਾਮਿਨਸ, ਐਂਟੀਬਾਡੀ, ਹੀਟ, ਆਕਸੀਜਨ। ਯਾਨੀ ਕਿ ਇਹ ਸਾਡੇ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਪਹੁੰਚਾਉਣ 'ਚ ਹੈਲਪ ਕਰਦਾ ਹੈ। ਇਹ ਸਾਡੇ ਬਾਡੀ ਦੇ ਵਿੱਚ ਜਿਹੜੇ ਹਾਰਮੋਨਸ ਨੇ, ਜਿਹੜੀਆਂ ਸਾਡੀਆਂ ਐਂਡੋਕਰਾਈਨ ਗਲੈਂਡਸ ਨੇ, ਡਾਇਰੈਕਟ ਸਾਡੇ ਬਲੱਡ ਦੇ ਵਿੱਚ ਜਿਹੜੀਆਂ ਹਾਰਮੋਨਸ ਛੱਡਦੀਆਂ ਨੇ, ਉਹਨਾਂ ਨੂੰ ਪੂਰੀ ਬਾਡੀ ਦੇ ਵਿੱਚ ਜਿਹੜਾ ਖੂਨ ਆ ਉਹਦੇ ਆਪਣੇ ਵਿੱਚ ਰਲਾ ਕੇ ਫਲੋ ਕਰਨ 'ਚ ਹੈਲਪ ਕਰਦਾ ਆ। ਵਿਟਾਮਿਨਸ ਦੇ ਰੂਪ 'ਚ ਵਿਟਾਮਿਨ ਕੇ, ਜਿਵੇਂ ਕਿ ਸਾਨੂੰ ਪਤਾ ਹੈ ਕਿ ਬਲੱਡ ਕਲੌਟਿੰਗ 'ਚ ਹੈਲਪ ਕਰਦਾ ਆ, ਤਾਂ ਵਿਟਾਮਿਨਸ ਦੇ ਰੂਪ 'ਚ ਵੀ ਇਹ ਸਾਨੂੰ ਹੈਲਪ ਕਰਦਾ ਆ, ਫੰਕਸ਼ਨ ਹੈ ਇਹਦਾ ਬਲੱਡ ਦਾ। ਅਤੇ ਐਂਟੀਬਾਡੀਜ਼ ਜਿੰਨੀਆਂ ਵੀ ਸਾਡੇ ਬਲੱਡ ਦੇ ਵਿੱਚ ਬਹੁਤ ਸਾਰੀਆਂ ਅਸੀਂ ਜਾਣਦੇ ਹਾਂ ਐਂਟੀਬਾਡੀਜ਼ ਹੁੰਦੀਆਂ ਨੇ ਜਿਹੜੀਆਂ ਜਦੋਂ ਵੀ ਸਾਡੇ ਸਰੀਰ ਨੂੰ ਖਤਰਾ ਹੁੰਦਾ ਹੈ ਕਿਸੇ ਬਿਮਾਰੀ ਦਾ, ਕਿਸੇ ਪ੍ਰੋਟੋਜੋਆ ਦਾ ਜਾਂ ਕਿਸੇ ਵਾਇਰਸ ਦਾ, ਤਾਂ ਇਹ ਸਾਨੂੰ ਉਹਨਾਂ ਤੋਂ ਬਚਾਉਣ 'ਚ ਹੈਲਪ ਕਰਦੀਆਂ ਨੇ ਥਰੂ ਦਾ ਬਲੱਡ। ਹੀਟ ਸਾਡੀ ਬਾਡੀ ਦੇ ਵਿੱਚ ਟੈਂਪਰੇਚਰ ਮੇਨਟੇਨ ਕਰਦਾ, ਜਿਹੜਾ ਬਲੱਡ ਆ ਜਦੋਂ ਉਹ ਸਾਡੀਆਂ ਧਮਣੀਆਂ ਜਾਂ ਸ਼ਰਾਵਾਂ ਦੇ ਵਿੱਚੋਂ ਵਹਿੰਦਾ ਆ ਤਾਂ ਇੱਕ ਹੀਟ ਜਿਹੜੀ ਆ ਉਹ ਪ੍ਰੋਡਿਊਸ ਹੁੰਦੀ ਆ ਜਿਹੜੀ ਕਿ ਸਾਡੇ ਬਾਡੀ ਟੈਂਪਰੇਚਰ ਨੂੰ ਮੇਨਟੇਨ ਰੱਖਦੀ ਆ। ਆਕਸੀਜਨ ਜਿਹੜਾ ਕਿ ਅਸੀਂ ਜਾਣਦੇ ਹਾਂ ਇਹਦਾ ਮੁੱਖ ਕੰਮ ਹੈ ਕਿ ਸਾਡੀ ਬਾਡੀ ਦੇ ਵਿੱਚ ਬਲੱਡ ਰਾਹੀਂ ਜਿਹੜੀ ਆਕਸੀਜਨ ਆ ਉਹ ਵੱਖ-ਵੱਖ ਭਾਗਾਂ ਤੱਕ ਜਾਂਦੀ ਹੈ। ਐਂਡ ਬਲੱਡ ਕੈਰੀ ਦਾ ਫੋਲੋਇੰਗ ਅਵੇ ਫਰੋਮ ਦਾ ਬਾਡੀ ਟਿਸ਼ੂ। ਹੁਣ ਕੁਝ ਚੀਜ਼ਾਂ ਬਲੱਡ ਆ ਜਿਹੜਾ ਉਹ ਦੂਰ ਵੀ ਕਰਦਾ, ਜਿਵੇਂ ਕਿ ਵੇਸਟ ਮੈਟਰ ਹੁੰਦੇ ਨੇ ਜਿਹੜੇ ਸਾਡੇ ਬਲੱਡ ਦੇ ਵਿੱਚ, ਠੀਕ ਹੈ, ਸਾਡੀ ਬਾਡੀ ਦੇ ਵਿੱਚ, ਉਹ ਵੀ ਇਹ ਦੂਰ ਕਰਦਾ ਹੈ। ਕਾਰਬਨ ਡਾਈਆਕਸਾਈਡ ਸਾਡੀ ਬਾਡੀ ਦੇ ਵਿੱਚੋਂ ਦੂਰ ਕਰਦਾ ਹੈ। ਨੈਕਸਟ ਹੈ ਕਿ ਅਸੀਂ ਪੰਜਾਬੀ 'ਚ ਵੀ ਦੇਖ ਸਕਦੇ ਹਾਂ ਖੂਨ ਦਾ ਕੰਮ ਕੀ ਹੈ, ਠੀਕ ਹੈ ਜੀ। ਤੁਸੀਂ ਇਹਨੂੰ ਪੌਜ਼ ਕਰਕੇ ਦੇਖ ਸਕਦੇ ਹੋ, ਪੜ੍ਹ ਸਕਦੇ ਹੋ ਜਾਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। ਨੈਕਸਟ ਹੈ ਕਿ ਵੇਅਰ ਆਰ ਬਲੱਡ ਸੈੱਲ ਮੇਡ। ਹੁਣ ਅਸੀਂ ਬਲੱਡ ਸੈੱਲ ਦੀ ਗੱਲ ਤਾਂ ਕਰ ਲਈ, ਪਰ ਇਹ ਬਣਦੇ ਕਿੱਥੇ ਨੇ? ਅਕਸਰ ਇਹ ਵੀ ਕੁਐਸਚਨ ਆ ਜਾਂਦਾ ਐਗਜ਼ਾਮ ਦੇ ਵਿੱਚ ਕਿ ਬਲੱਡ ਸੈੱਲ ਕਿੱਥੇ ਬਣਦੇ ਆ। ਤਾਂ ਬਲੱਡ ਸੈੱਲ ਆਰ ਮੇਡ ਇਨ ਦਾ ਬੋਨ ਮੈਰੋ। ਬਲੱਡ ਸੈੱਲ ਆ ਜਿਹੜੀ ਉਹ ਬੋਨ ਮੈਰੋ ਦੇ ਵਿੱਚ ਬਣਦੇ ਆ। ਦਾ ਬੋਨ ਮੈਰੋ ਇਜ਼ ਦਾ ਸੌਫਟ ਸਪੌਂਜੀ ਮਟੀਰੀਅਲ ਇਨ ਦਾ ਸੈਂਟਰ ਆਫ ਦਾ ਬੋਨ। It produces about 95% of the body blood cells. Most of the adult body bone marrow is in the pelvis bone, breast bone and the bone of the spine। ਤਾਂ ਜਿਹੜੇ ਬਲੱਡ ਸੈੱਲ ਨੇ ਇਹ ਬੋਨ ਮੈਰੋ 'ਚ ਬਣਦੇ ਨੇ।
ਬੋਨ ਮੈਰੋ ਆ ਜਿਹੜੀ ਸਾਡੀ, ਉਹ ਇੱਕ ਨਰਮ ਤੇ ਸਪੰਜੀ ਟਾਈਪ ਦਾ ਇੱਕ ਪਦਾਰਥ ਹੈ। ਇਹ ਸਰੀਰ ਦੇ ਲਗਭਗ 95% ਖੂਨ ਦੇ ਸੈੱਲਾਂ ਦਾ ਉਤਪਾਦਨ ਸਿਰਫ ਸਾਡੀ ਬੋਨ ਮੈਰੋ ਕਰਦੀ ਹੈ। ਜਿਹੜਾ ਇੱਕ ਬਾਲਗ ਸਰੀਰ ਹੁੰਦਾ ਆ, ਉਹਦੇ ਵਿੱਚ ਜ਼ਿਆਦਾਤਰ ਜਿਹੜੀ ਬੋਨ ਮੈਰੋ ਉਹ ਪੈਲਵਿਸ, ਜਿਹੜੀ ਸਾਡੇ ਲੱਕ ਕੋਲ ਹੱਡੀ ਮੌਜੂਦ ਹੁੰਦੀ ਹੈ, ਉੱਥੇ ਸਾਡੀ ਛਾਤੀ ਦੀਆਂ ਹੱਡੀਆਂ ਤੇ ਰੀੜ੍ਹ ਦੀ ਹੱਡੀ ਵਿੱਚ ਜਿਹੜੀ ਉਹ ਮੌਜੂਦ ਹੁੰਦੀ ਹੈ। ਹੁਣ ਅਸੀਂ ਇਹ ਤਾਂ ਦੇਖ ਲਿਆ ਕਿ ਰੈੱਡ ਬਲੱਡ ਸੈੱਲ ਨੇ ਜਿਹੜੇ ਸਾਡੇ, ਜਾਂ ਬਲੱਡ ਸੈੱਲ ਨੇ ਸਾਡੀ ਬੋਨ ਮੈਰੋ 'ਚ ਬਣਦੇ ਆ। ਬੋਨ ਮੈਰੋ 'ਚ ਵੀ ਕਿੱਥੇ ਬਣਦੇ ਆ, ਹੈ ਨਾ? ਤਾਂ ਸਭ ਤੋਂ ਪਹਿਲਾਂ ਤਾਂ ਬੋਨ ਮੈਰੋ ਜਿਹੜੀ ਉਹ ਦੋ ਤਰ੍ਹਾਂ ਦੀ ਹੁੰਦੀ ਆ, ਰੈੱਡ ਬੋਨ ਮੈਰੋ ਤੇ ਯੈਲੋ ਬੋਨ ਮੈਰੋ। ਜਿਹੜੀ ਰੈੱਡ ਬੋਨ ਮੈਰੋ ਆ ਉਹਦੇ ਵਿੱਚ ਸਾਡੇ ਰੈੱਡ ਬਲੱਡ ਸੈੱਲ, ਵਾਈਟ ਬਲੱਡ ਸੈੱਲ, ਸਾਡੇ ਪਲੇਟਲੈਟਸ ਬਣਦੇ ਆ। ਤੇ ਜਿਹੜੀ ਸਾਡੀ ਯੈਲੋ ਬੋਨ ਮੈਰੋ ਹੁੰਦੀ ਹੈ, ਉਹਦੇ ਵਿੱਚ ਜ਼ਿਆਦਾਤਰ ਉਹ ਫੈਟ ਨੂੰ ਕੰਟੇਨ ਕਰਦੀ ਹੈ। ਤਾਂ ਤੁਸੀਂ ਪਿਕਚਰ 'ਚ ਦੇਖ ਸਕਦੇ ਹੋ ਵੀ ਇਹ ਸਾਡੀ ਇੱਕ ਹੱਡੀ ਹੈ, ਤੇ ਆਹ ਜਿਹੜਾ ਇਹਦਾ ਪਾਰਟ ਹੈ ਇਹ ਬੋਨ ਮੈਰੋ ਆ। ਠੀਕ ਹੈ, ਇਹ ਸਾਡੇ ਆ ਰੈੱਡ ਬਲੱਡ ਸੈੱਲ, ਵਾਈਟ ਬਲੱਡ ਸੈੱਲ, ਜੋ ਅੱਗੇ ਇਹ 5 ਤਰ੍ਹਾਂ ਦੇ ਆ, ਤੇ ਪਲੇਟਲੈਟਸ ਇਹਨਾਂ ਨੂੰ ਬਣਾਉਂਦੀ ਆ। ਤੇ ਹੱਡੀ ਦੇ ਵਿੱਚ ਜਿਹੜੇ ਇਹ ਸੈੱਲ ਨੇ ਬੋਨ ਮੈਰੋ ਦੇ ਵਿੱਚ ਵੀ, ਤਾਂ ਇਸ ਪਾਰਟ 'ਚ ਜਿਹੜੇ ਉਹ ਜ਼ਿਆਦਾ ਹੁੰਦੇ ਆ, ਅੱਪਰ ਪਾਰਟ 'ਚ। ਇੱਥੇ ਜਿਹੜੀ ਉਹ ਯੈਲੋ ਬੋਨ ਮੈਰੋ ਆ ਜਿਹੜੀ ਫੈਟ ਕੰਟੇਨ ਕਰਦੀ ਆ, ਉਹਦਾ ਜ਼ਿਆਦਾਤਰ ਹਿੱਸਾ ਹੁੰਦਾ ਆ। ਤਾਂ ਇੱਕ ਚੀਜ਼ ਹੋਰ, ਵਾਈਟ ਬਲੱਡ ਸੈੱਲ ਦੇ ਵਿੱਚ ਤੁਸੀਂ ਦੇਖਿਆ ਹੋ ਕਿ ਸਾਡੀਆਂ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸ਼ਮਤਾ ਆ, ਉਹ ਸਾਡੀ ਵਾਈਟ ਬਲੱਡ ਸੈੱਲ ਕਰਕੇ ਆ। ਮਤਲਬ ਇਹ ਸਾਡੇ ਬਿਮਾਰੀਆਂ ਨਾਲ ਲੜਦੇ ਨੇ, ਜਿਹੜੇ ਸੈੱਲ ਹੁੰਦੇ ਨੇ ਸਾਨੂੰ ਬਿਮਾਰ ਹੋਣ ਤੋਂ ਬਚਾਉਂਦੇ ਨੇ। ਤਾਂ ਇਹਨਾਂ ਵਿੱਚ ਜਿਹੜਾ ਮੋਨੋਸਾਈਟ ਆ ਉਹ ਸਭ ਤੋਂ ਵੱਡਾ ਸੈੱਲ ਹੁੰਦਾ ਹੈ, ਯਾਨੀ ਕਿ ਵਾਈਟ ਬਲੱਡ ਸੈੱਲ ਦੇ ਵਿੱਚ ਮੋਨੋਸਾਈਟ ਸਭ ਤੋਂ ਵੱਡਾ ਸੈੱਲ ਹੁੰਦਾ ਆ। ਠੀਕ ਹੈ ਜੀ। ਤਾਂ ਨੈਕਸਟ ਆ ਜਾਂਦਾ, ਇਹ ਤਾਂ ਹੁਣ ਅਸੀਂ ਗੱਲ ਕਰ ਲਈ ਬਲੱਡ ਦੀ, ਬਲੱਡ ਕਿਵੇਂ ਆ, ਕਿੱਥੇ ਬਣਦਾ ਆ, ਜਾਂ ਕਿਸ ਤਰ੍ਹਾਂ ਦਾ ਤਰਲ ਹੈ ਨਾ। ਤਾਂ ਹੁਣ ਜਿਹੜਾ ਮੇਨ ਸਾਡਾ ਅੱਜ ਦਾ ਟੌਪਿਕ ਸੀਗਾ ਸਰਕੂਲੇਟਰੀ ਸਿਸਟਮ। ਤਾਂ ਸਰਕੂਲੇਟਰੀ ਸਿਸਟਮ ਦਾ ਜਿਹੜਾ ਮੇਨ ਔਰਗਨ ਆ ਉਹ ਹੈਗਾ ਹਾਰਟ। ਹਾਂਜੀ, ਮਨੁੱਖੀ ਦਿਲ। ਤਾਂ ਜਿਵੇਂ ਕਿ ਲਿਖਿਆ, ਦਾ ਹਾਰਟ ਪੰਪ ਬਲੱਡ ਅਰਾਊਂਡ ਦਾ ਬੋਡੀ, ਇਟ ਸਿਟਸ ਇਨਸਾਈਡ ਦਾ ਚੈਸਟ, ਇਨ ਫਰੰਟ ਆਫ ਦਾ ਲੰਗਸ ਐਂਡ ਸਲਾਈਟਲੀ ਟੂ ਦਾ ਲੈਫਟ ਸਾਈਡ। ਵੀ ਜਿਹੜਾ ਹਾਰਟ ਹੈ ਇਹ ਪੰਪ ਕਰਦਾ, ਠੀਕ ਹੈ ਜੀ, ਬਲੱਡ ਨੂੰ। ਇਟ ਸਿਟਸ ਇਨਸਾਈਡ ਦਾ ਚੈਸਟ, ਇਹ ਚੈਸਟ ਦੇ ਵਿੱਚ ਆ ਜਿਹੜਾ ਉਹ ਲੋਕੇਟ ਆ, ਇਨ ਫਰੰਟ ਆਫ ਦਾ ਲੰਗਸ ਐਂਡ ਸਲਾਈਟਲੀ ਟੂ ਦਾ ਲੈਫਟ ਸਾਈਡ, ਥੋੜ੍ਹਾ ਜਿਹਾ ਖੱਬੇ ਪਾਸੇ। ਦਾ ਹਾਰਟ ਇਜ਼ ਦਾ ਐਕਚੁਅਲੀ ਅ ਡਬਲ ਪੰਪ ਮੇਡ ਅਪ ਆਫ 4 ਚੈਂਬਰਸ। ਇਹਦੇ 4 ਚੈਂਬਰਸ ਹੁੰਦੇ ਨੇ, ਵਿਦ ਦਾ ਫਲੋ ਆਫ ਬਲੱਡ ਗੋਇੰਗ ਔਨ ਦਾ ਡਾਇਰੈਕਸ਼ਨ, ਔਨ ਵਨ ਡਾਇਰੈਕਸ਼ਨ, ਡਿਊ ਟੂ ਪ੍ਰੈਜ਼ੈਂਸ ਆਫ ਹਾਰਟ ਵਾਲਵ। ਠੀਕ ਹੈ ਜੀ, ਵੀ ਹਾਰਟ ਵਾਲਵ ਦੇ ਕਰਕੇ ਇਹ ਜਿਹੜੇ ਖੂਨ ਦਾ ਇਹਦਾ ਪ੍ਰਭਾਵ ਹੁੰਦਾ ਆ, ਪ੍ਰਵਾਹ ਹੁੰਦਾ ਹੈ, ਮਤਲਬ ਖੂਨ ਦਾ ਜਾਣਾ ਹੁੰਦਾ ਉਹ ਇੱਕ ਦਿਸ਼ਾ ਵੱਲ ਹੁੰਦਾ ਆ। ਤਾਂ ਯਾਨੀ ਕਿ ਜਿਹੜਾ ਸਾਡਾ ਸਰਕੂਲੇਟਰੀ ਸਿਸਟਮ ਦਾ ਮੇਨ ਔਰਗਨ ਆ ਉਹ ਹੈਗਾ ਮਨੁੱਖੀ ਹਾਰਟ, ਯਾਨੀ ਕਿ ਦਿਲ। ਸਰਕੂਲੇਟ ਕਰਨਾ ਬਲੱਡ ਨੂੰ, ਠੀਕ ਹੈ ਜੀ, ਡੀਆਕਸੀਜਨੇਟਡ ਬਲੱਡ ਲੈਣਾ, ਫਿਰ ਉਹਨੂੰ ਲੰਗਸ ਤੋਂ ਪਿਓਰੀਫਾਈ ਕਰਾ ਕੇ ਫਿਰ ਉਹ ਸਾਰੀ ਬਾਡੀ ਨੂੰ ਦੁਬਾਰਾ ਆਕਸੀਜਨੇਟਡ ਬਲੱਡ ਪੰਪ ਕਰਨਾ, ਇਹ ਕਿਹਦਾ ਕੰਮ ਹੈ? ਇਹ ਹਾਰਟ ਦਾ ਕੰਮ ਹੈ। ਆਓ ਦੇਖਦੇ ਹਾਂ ਡਿਟੇਲ 'ਚ ਕਿ ਕਿਵੇਂ। ਹਾਊ ਟੂ ਬਲੱਡ ਸਰਕੂਲੇਟ ਇਨ ਦਾ ਹਾਰਟ। ਹੁਣ ਬਲੱਡ, ਇਹ ਤਾਂ ਪਤਾ ਲੱਗ ਗਿਆ ਕਿ ਜਿਹੜਾ ਮਨੁੱਖੀ ਸਰੀਰ ਹੈ, ਜਿਹੜਾ ਸਰਕੂਲੇਟਰੀ ਸਿਸਟਮ ਹੈ, ਉਹਦਾ ਜਿਹੜਾ ਮੇਨ ਔਰਗਨ ਆ ਉਹ ਹੈਗਾ ਹਾਰਟ। ਹੁਣ ਇਹ ਹਾਰਟ ਆ ਜਿਹੜਾ, ਇਹ ਕੰਮ ਕਿਵੇਂ ਕਰਦਾ ਹੈ? ਤਾਂ ਦੇਖੋ ਜੀ, ਬਲੱਡ ਕਮ ਇਨਟੂ ਦਾ ਰਾਈਟ ਐਟਰੀਅਮ ਫਰੋਮ ਦਾ ਬੋਡੀ। ਜਿਹੜਾ ਬਲੱਡ ਹੈ ਉਹ ਸਾਡੇ ਸੱਜੇ ਐਟਰੀਅਮ ਵਿੱਚੋਂ ਸਭ ਤੋਂ ਪਹਿਲਾਂ ਆਉਂਦਾ ਆ। ਠੀਕ ਹੈ ਜੀ, ਮੂਵ ਇਨਟੂ ਦਾ ਰਾਈਟ ਵੈਂਟਰੀਕਲ, ਫਿਰ ਇਹ ਜਿਹੜਾ ਰਾਈਟ ਵੈਂਟਰੀਕਲ ਵਿੱਚ ਜਾਂਦਾ ਆ, ਐਂਡ ਇਟ ਪੁਸ਼ਡ ਇਨਟੂ ਦਾ ਪਲਮਨਰੀ ਆਰਟਰੀਜ਼ ਇਨ ਦਾ ਲੰਗਸ, ਅਤੇ ਫਿਰ ਇਹਨੂੰ ਪਲਮਨਰੀ ਆਰਟਰੀਜ਼ ਵਿੱਚ ਧੱਕਿਆ ਜਾਂਦਾ ਆ ਲੰਗਸ ਵੱਲ ਨੂੰ। ਆਫਟਰ ਪਿਕਅਪ ਆਕਸੀਜਨ, ਜਦੋਂ ਇਹ ਉਹਨਾਂ ਵਿੱਚੋਂ ਫਿਰ ਆਕਸੀਜਨ ਲੈ ਲੈਂਦਾ ਆ, ਦਾ ਬਲੱਡ ਟਰੈਵਲ ਬੈਕ ਟੂ ਦਾ ਹਾਰਟ ਥਰੂ ਦਾ ਪਲਮਨਰੀ ਵੇਨਸ, ਵਾਪਿਸ ਆ ਜਾਂਦਾ ਹੈ ਹਾਰਟ ਕੋਲ ਥਰੂ ਦਾ ਪਲਮਨਰੀ ਵੇਨਸ ਇਨਟੂ ਦਾ ਲੈਫਟ ਔਰੀਅਮ। ਯਾਨੀ ਕਿ ਹੁਣ ਕਿਹਦੇ ਵਿੱਚ, ਥਰਡ ਸਟੈਪ ਤੇ ਕਿੱਥੇ ਆਉਂਦਾ ਬਲੱਡ? ਲੈਫਟ ਐਟਰੀਅਮ ਦੇ ਵਿੱਚ, ਟੂ ਦਾ ਲੈਫਟ ਵੈਂਟਰੀਕਲ ਐਂਡ ਆਊਟ ਦਾ ਬੋਡੀ ਟਿਸ਼ੂ ਥਰੂ ਦਾ ਅਰੋਟਾ। ਫਿਰ ਚੌਥੇ ਨੰਬਰ ਤੇ ਇਹ ਲੈਫਟ ਵੈਂਟਰੀਕਲ ਕੋਲ ਆਉਂਦਾ ਆ, ਐਂਡ ਉਸ ਤੋਂ ਬਾਅਦ ਅਰੋਟਾ ਦੇ ਰਾਹੀਂ ਬੋਡੀ ਵਿੱਚ ਵਾਪਿਸ ਚਲਾ ਜਾਂਦਾ ਹੈ। ਠੀਕ ਹੈ ਜੀ, ਤੁਸੀਂ ਇਹਨੂੰ ਪੌਜ਼ ਕਰਕੇ ਪੜ੍ਹ ਸਕਦੇ ਹੋ। ਹੁਣ ਮੈਨੂੰ ਤੁਹਾਨੂੰ ਪ੍ਰੈਕਟੀਕਲ ਦਿਖਾਉਂਦੀ ਹਾਂ ਕਿ ਇਹ ਕੰਮ ਕਿਵੇਂ ਕਰਦਾ ਆ। ਆਹ ਮੰਨੋ ਇੱਕ ਮਨੁੱਖੀ ਸਰੀਰ ਹੈ, ਠੀਕ ਹੈ ਜੀ। ਸਭ ਤੋਂ ਪਹਿਲਾਂ ਜਿਹੜਾ ਇਨਫੀਰੀਅਰ ਵੇਨਾ ਕਾਵਾ ਆ, ਜਾਂ ਸੁਪੀਰੀਅਰ ਵੇਨਾ ਕਾਵਾ ਆ, ਜਾਂ ਇਨਫੀਰੀਅਰ ਵੀਨਾ ਕਾਵਾ, ਇਹਨਾਂ ਵਿੱਚੋਂ ਬਲੱਡ ਆ ਜਿਹੜਾ ਡੀਆਕਸੀਜਨੇਟਡ ਬਲੱਡ ਉਹ ਐਂਟਰ ਕਰਦਾ ਹੈ। ਠੀਕ ਹੈ ਜੀ, ਉਹ ਜਦੋਂ ਬਾਡੀ ਦੇ ਵਿੱਚ ਇੱਥੋਂ ਐਂਟਰ ਕਰਦਾ ਤਾਂ ਸਭ ਤੋਂ ਪਹਿਲਾਂ ਉਹ ਕਿੱਥੇ ਜਾਂਦਾ ਆ? ਰਾਈਟ ਔਰੀਕਲ ਦੇ ਵਿੱਚ। ਯਾਨੀ ਜਿਹੜਾ ਇਹ ਪਾਰਟ ਆ ਹਾਰਟ ਦਾ ਉਹ ਹੈਗਾ ਰਾਈਟ, ਤੇ ਜਿਹੜਾ ਇਹ ਪਾਰਟ ਆ ਉਹ ਹੈਗਾ ਲੈਫਟ। ਤਾਂ ਸਭ ਤੋਂ ਪਹਿਲਾਂ ਬਲੱਡ ਹੈ ਜਿਹੜਾ ਉਹ ਰਾਈਟ ਔਰੀਕਲ ਦੇ ਵਿੱਚ ਇੱਥੇ ਆਉਂਦਾ ਆ।
ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਇਹ ਭਰ ਜਾਂਦਾ ਆ ਤਾਂ ਜਿਹੜੇ ਇੱਥੇ 3 ਵਾਲਵ ਹੁੰਦੇ ਆ ਹਾਰਟ ਦੇ ਵਿੱਚ, ਇੱਥੇ 3 ਵਾਲਵ ਲੋਕੇਟ ਕਰਦੇ ਆ ਜਿਹਦਾ ਨਾਮ ਹੈ, ਜਿਹਨੂੰ ਅਸੀਂ ਟ੍ਰਾਈਕਸਪਿਡ ਵਾਲਵ ਵੀ ਕਹਿੰਦੇ ਆ। ਤਾਂ ਜਿਹੜੇ ਇਹ ਵਾਲਵ ਨੇ ਖੁੱਲ੍ਹ ਜਾਂਦੇ ਆ ਜਦੋਂ ਇਹ ਵਾਲਾ ਜਿਹੜਾ ਔਰੀਕਲ, ਰਾਈਟ ਔਰੀਕਲ ਆ ਜਿਹੜਾ ਉਹ ਭਰ ਜਾਂਦਾ ਖੂਨ ਦੇ ਨਾਲ, ਤਾਂ ਸਾਡੇ ਜਿਹੜੇ ਵਾਲਵ ਆ ਉਹ ਖੁੱਲ੍ਹ ਜਾਂਦੇ ਆ ਅਤੇ ਫਿਰ ਜਿਹੜਾ ਬਲੱਡ ਆ ਉਹ ਕਿੱਥੇ ਆ ਜਾਂਦਾ ਆ, ਰਾਈਟ ਵੈਂਟਰੀਕਲ ਦੇ ਵਿੱਚ। ਹੁਣ ਜਦੋਂ ਰਾਈਟ ਵੈਂਟਰੀਕਲ ਦੇ ਵਿੱਚ ਬਲੱਡ ਆ ਜਾਂਦਾ ਆ ਤਾਂ ਰਾਈਟ ਵੈਂਟਰੀਕਲ ਆ ਜਿਹੜਾ ਉਹ ਵੀ ਆ ਕੀ ਹੁੰਦਾ ਆ, ਭਰ ਜਾਂਦਾ ਆ ਖੂਨ ਦੇ ਨਾਲ। ਜਦੋਂ ਇਹ ਖੂਨ ਦੇ ਨਾਲ, ਬਲੱਡ ਦੇ ਨਾਲ ਭਰਦਾ ਆ ਤਾਂ ਇੱਥੇ ਇੱਕ ਸੈਮੀਲੂਨਰ ਵਾਲਵ ਹੁੰਦਾ ਆ, ਉਹਦੇ ਰਾਹੀਂ ਇਹ ਸਾਡੀ ਪਲਮਨਰੀ ਆਰਟਰੀਜ਼ ਦੇ ਵਿੱਚ ਦੀ ਹੁੰਦਾ ਹੋਇਆ ਲੰਗਸ ਵੱਲ ਨੂੰ ਜਾਂਦਾ ਆ। ਠੀਕ ਹੈ ਜੀ। ਜਦੋਂ ਇਹ ਲੰਗਸ ਵੱਲ ਨੂੰ ਜਾਂਦਾ ਆ, ਮਤਲਬ ਇੱਥੋਂ ਇੱਦਾਂ ਆ ਕੇ ਤਾਂ ਹੁਣ ਇਹ ਲੰਗਸ ਵੱਲ ਨੂੰ ਇੱਥੇ ਜਾਂਦਾ ਆ। ਸਪੋਜ਼ ਕਰੋ ਕਿ ਇੱਥੇ ਲੰਗਸ ਨੇ, ਉਹ ਸਾਡੇ ਇਸ ਜਿਹੜਾ ਅਸੀਂ ਬਲੱਡ ਆ, ਡੀਆਕਸੀਜਨੇਟਡ ਬਲੱਡ ਇਹਨੂੰ ਡਿਲੀਵਰ ਕੀਤਾ ਆ, ਉਹਦੇ ਵਿੱਚ ਆਕਸੀਜਨ ਜਿਹੜੀ ਉਹ ਲਗਾ ਕੇ ਸਾਨੂੰ ਵਾਪਸ ਇਸ ਪਲਮਨਰੀ ਵੇਨ ਦੇ ਰਾਹੀਂ, ਇੱਥੇ ਪਲਮਨਰੀ ਵੇਨ ਆ, ਉਹਦੇ ਰਾਹੀਂ ਵਾਪਸ ਸਾਨੂੰ ਹਾਰਟ ਦੇ ਵਿੱਚ ਲੈਫਟ ਔਰੀਕਲ ਦੇ ਵਿੱਚ ਆ ਜਿਹੜਾ ਉਹ ਡਿਲੀਵਰ ਕਰ ਦਿੰਦਾ। ਤਾਂ ਜਦੋਂ ਲੈਫਟ ਔਰੀਕਲ ਆ ਜਿਹੜਾ ਉਹ ਭਰ ਜਾਂਦਾ ਹੈ ਤਾਂ ਇੱਥੇ ਇੱਕ ਬਾਈਕਸਪਿਡ ਵਾਲਵ ਹੁੰਦਾ ਜਿਹਨੂੰ ਮਿਟਰਲ ਵਾਲਵ ਵੀ ਕਹਿੰਦੇ ਆ, ਉਹ ਇਹਨੂੰ ਹੁਣ ਭਰਨ ਤੋਂ ਬਾਅਦ ਲੈਫਟ ਵੈਂਟਰੀਕਲ ਦੇ ਵਿੱਚ ਡਿਲੀਵਰ ਕਰ ਦਿੰਦਾ ਨੀਚੇ ਵਾਲੀ ਸਾਈਡ, ਜਿੱਥੋਂ ਇਹ ਐਰੋਟਿਕ ਵਾਲਵ ਦੇ ਰਾਹੀਂ ਇੱਥੋਂ ਦੀ ਹੁੰਦਾ ਹੋਇਆ ਪੂਰੀ ਬਾਡੀ ਦੇ ਵਿੱਚ ਵਾਪਸ ਚਲਾ ਜਾਂਦਾ ਹੈ। ਇਸੇ ਤਰ੍ਹਾਂ ਇਹ ਪ੍ਰੋਸੈਸ ਆ ਜਿਹੜਾ ਚੱਲਦਾ ਰਹਿੰਦਾ ਆ। ਤੁਸੀਂ ਇਸ ਪਿਕਚਰ ਦਾ ਸਕਰੀਨਸ਼ਾਟ ਲੈ ਸਕਦੇ ਹੋ ਅਤੇ ਇਸ ਐਰੋ ਦੀ ਹੈਲਪ ਨਾਲ ਸਮਝ ਸਕਦੇ ਹੋ ਕਿ ਬਲੱਡ ਕਿੱਥੋਂ ਪਹਿਲਾਂ ਆਉਂਦਾ ਹੈ ਅਤੇ ਕਿਸ ਸਾਈਡ ਜਾਂਦਾ ਹੈ। ਠੀਕ ਹੈ ਜੀ। ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇੱਦਾਂ ਬਲੱਡ ਆਉਂਦਾ ਹੋਇਆ, ਇੱਕ ਮਿੰਟ ਜੀ, ਹਾਂਜੀ। ਸਭ ਤੋਂ ਪਹਿਲਾਂ ਜਿਹੜਾ ਬਲੱਡ ਆ, ਸਟੈਪ ਨੰਬਰ 1, ਯਾਨੀ ਕਿ ਇਹ ਕੁਐਸਚਨ ਆਵੇ ਕਿ ਹਾਰਟ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਬਲੱਡ ਆ ਉਹ ਕਿਸ ਪਾਰਟ ਦੇ ਵਿੱਚ ਆਉਂਦਾ ਹੈ, ਤਾਂ ਆਉਂਦਾ ਹੈ ਰਾਈਟ ਔਰੀਕਲ ਦੇ ਵਿੱਚ। ਸੈਕਿੰਡ ਨੰਬਰ 'ਤੇ ਜਾਂਦਾ ਹੈ ਰਾਈਟ ਵੈਂਟਰੀਕਲ ਦੇ ਵਿੱਚ। ਫਿਰ ਥਰਡ ਨੰਬਰ 'ਤੇ ਇਹ ਜਾਂਦਾ ਆ, ਮਤਲਬ ਪਲਮਨਰੀ ਆਪਣੀ ਵੇਨ ਦੇ ਰਾਹੀਂ ਹੁੰਦਾ ਹੋਇਆ ਇਹ ਲੰਗਸ ਦੇ ਵੱਲ ਜਾਊਗਾ, ਅਤੇ ਉਸ ਤੋਂ ਬਾਅਦ ਇਹ ਵਾਪਸੀ 'ਤੇ ਥਰਡ ਨੰਬਰ 'ਤੇ ਆਊਗਾ ਲੈਫਟ ਔਰੀਕਲ ਦੇ ਵਿੱਚ। ਲੈਫਟ ਔਰੀਕਲ ਦੇ ਵਿੱਚ ਆਉਣ ਤੋਂ ਬਾਅਦ ਜਿਹੜਾ ਸਾਡਾ ਬਲੱਡ ਹੈ ਚੌਥੇ ਨੰਬਰ 'ਤੇ ਆਊਗਾ, ਫੋਰਥ ਸਟੈਪ ਹੈ ਇਹਦਾ, ਲੈਫਟ ਵੈਂਟਰੀਕਲ ਦੇ ਵਿੱਚ। ਅਤੇ ਲੈਫਟ ਵੈਂਟਰੀਕਲ ਦੇ ਵਿੱਚ ਆਉਣ ਤੋਂ ਬਾਅਦ, ਯਾਨੀ ਕਿ ਹੁਣ ਆਕਸੀਜਨੇਟਡ ਹੋਣ ਤੋਂ ਬਾਅਦ, ਇਹ ਅਰੋਟਿਕ ਵਾਲਵ ਤੋਂ ਹੁੰਦਾ ਹੋਇਆ, ਅਰੋਟਾ ਸਾਡੀ ਮਹਾਧਮਨੀ ਦੇ ਰਾਹੀਂ ਹੁੰਦਾ ਹੋਇਆ ਪੂਰੇ ਸਰੀਰ ਦੇ ਵਿੱਚ ਚਲਿਆ ਜਾਊਗਾ। ਤਾਂ ਤੁਸੀਂ ਇੱਕ ਅਗਲੀ ਪਿਕਚਰ 'ਚ ਹੋਰ ਵੀ ਜ਼ਿਆਦਾ ਕਲੀਅਰ ਦੇਖ ਸਕਦੇ ਹੋ। ਆ ਇੱਕ ਹਿਊਮਨ ਬਾਡੀ ਆ ਜਿਹਦੇ ਵਿੱਚੋਂ ਸਾਡਾ ਜਿਹੜਾ ਬਲੱਡ ਆ ਵੇਨਾ ਕਾਵਾ ਦੇ ਥਰੂ ਦੇਖੋ ਹਾਰਟ ਦੇ ਵਿੱਚ ਆਉਂਦਾ ਹੋਇਆ। ਹੁਣ ਸਭ ਤੋਂ ਪਹਿਲਾਂ ਇਹ ਆ ਦੇਖੋ ਹਾਰਟ ਦੇ ਵਿੱਚ ਆਉਂਦਾ ਹੋਇਆ, ਰਾਈਟ ਔਰੀਕਲ ਦੇ ਵਿੱਚ ਆਇਆ, ਉਸ ਤੋਂ ਬਾਅਦ ਇਹ ਰਾਈਟ ਵੈਂਟਰੀਕਲ ਦੇ ਵਿੱਚ ਆਇਆ, ਫਿਰ ਇਸ ਤੋਂ ਬਾਅਦ ਇਹ ਇੱਥੋਂ ਦੀ ਹੁੰਦਾ ਹੋਇਆ ਪਲਮਨਰੀ ਆਰਟਰੀਜ਼ ਰਾਹੀਂ ਹੁੰਦਾ ਹੋਇਆ ਲੰਗਸ ਕੋਲ ਆਇਆ। ਲੰਗਸ ਨੇ ਆਪਣਾ ਮੈਕੈਨਿਜ਼ਮ ਕੀਤਾ, ਇਹਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਕੱਢ ਕੇ ਆਕਸੀਜਨ ਰਲਾਤੀ, ਤਾਂ ਫਿਰ ਇਹ ਜਿਹੜਾ ਬਲੱਡ ਆ ਪਲਮਨਰੀ ਵੇਨ ਰਾਹੀਂ ਹੁੰਦਾ ਹੋਇਆ ਦੇਖੋ ਲੈਫਟ ਔਰੀਕਲ ਦੇ ਵਿੱਚ ਆ ਗਿਆ ਜੀ। ਲੈਫਟ ਔਰੀਕਲ ਦੇ ਵਿੱਚ ਆਉਣ ਤੋਂ ਬਾਅਦ ਜਿਹੜਾ ਸਾਡਾ ਬਲੱਡ ਹੈ ਉਹ ਲੈਫਟ ਵੈਂਟਰੀਕਲ ਦੇ ਵਿੱਚ ਆਇਆ। ਲੈਫਟ ਵੈਂਟਰੀਕਲ ਦੇ ਵਿੱਚ ਆਉਣ ਤੋਂ ਬਾਅਦ ਇਹ ਅਰੋਟਿਕ ਵਾਲਵ ਦੇ ਰਾਹੀਂ ਪੂਰੀ ਅਰੋਟਾ ਦੇ ਰਾਹੀਂ ਪੂਰੀ ਬਾਡੀ ਦੇ ਵਿੱਚ ਦੁਬਾਰਾ ਆਕਸੀਜਨੇਟਡ ਹੋ ਕੇ ਵਾਪਸ ਆ ਗਿਆ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਇੰਪੋਰਟੈਂਟ ਚੀਜ਼ ਅਕਸਰ ਕੁਐਸਚਨ ਪੁੱਛਿਆ ਜਾਂਦਾ ਹੈ ਐਗਜ਼ਾਮ ਦੇ ਵਿੱਚ ਕਿ ਕੋਈ ਹਾਰਟ ਦੇ ਵਿੱਚੋਂ ਕਿਹੜਾ ਮਸਲ ਹੈ ਜਿਹੜਾ ਇਹਨੂੰ ਵੰਡਦਾ ਹੈ, ਯਾਨੀ ਕਿ ਹਾਰਟ ਦੇ ਵਿੱਚ ਵੀ ਕੋਈ ਮਸਲ ਹੈ। ਜੀ ਹਾਂ, ਤਾਂ ਇਹਨੂੰ ਕਹਿੰਦੇ ਆ ਹਾਰਟ ਦੇ ਵਿੱਚ ਜਿਹੜਾ ਇੱਕ ਮਸਲ ਆ ਉਹਨੂੰ ਕਹਿੰਦੇ ਆ ਸੈਪਟਮ, ਸੈਪਟਾ ਜਾਂ ਸੈਪਟਮ ਮਸਲ। ਇਹਦੀ ਮੈਂ ਤੁਹਾਨੂੰ ਲੋਕੇਸ਼ਨ ਵੀ ਦਿਖਾ ਦਿੰਦੀ ਹਾਂ। ਤਾਂ ਜਿਹੜੀ ਹਾਰਟ ਦੇ ਵਿੱਚ ਆ ਤੁਸੀਂ ਸੈਂਟਰ 'ਚ ਸਪੇਸ ਆ ਦੇਖ ਸਕਦੇ ਹੋ, ਆਹ ਇੱਕ ਕਲਸਟਰ ਜਿਹਾ ਆ ਮਸਲ, ਇਹਨੂੰ ਕਹਿੰਦੇ ਆ ਸੈਪਟਮ। ਇਹ ਹਾਰਟ ਨੂੰ ਵੈਂਟਰੀਕਲ ਸਾਈਡ ਮਤਲਬ ਵੰਡਦਾ ਆ, ਖੜਵੇਂ ਤਰੀਕੇ ਨਾਲ ਵੰਡਦਾ ਹੈ ਆਪਸ 'ਚ ਲੈਫਟ ਔਰ ਰਾਈਟ। ਠੀਕ ਹੈ ਜੀ। ਇਸ ਤੋਂ ਬਾਅਦ ਇਹਦੇ ਬਾਰੇ ਪੜ੍ਹ ਵੀ ਲੈਂਦੇ ਹਾਂ ਕਿ ਮਾਸਪੇਸ਼ੀ ਦੀਆਂ ਕੰਧਾਂ ਮਸਕੂਲਰ ਵਾਲ ਕਾਲਡ ਸੈਪਟਾ ਔਰ ਸੈਪਟਮ ਡਿਵਾਈਡ ਦਾ heart into two sides. On the right side of the heart, the right atrium and the ventricle work to pump oxygen, poor blood to the lungs. On the left side, the left atrium
ਐਂਡ ਵੈਂਟ੍ਰੀਕਲ ਕੰਬਾਈਨ ਦਾ ਪੰਪ ਆਕਸੀਜਨੇਟਡ ਬਲੱਡ ਟੂ ਦਾ ਬੋਡੀ। ਯਾਨੀ ਕਿ ਮਾਸਪੇਸ਼ੀ ਦੀਆਂ ਕੰਧਾਂ ਨੇ ਜਿਹੜੀਆਂ, ਜਿਹੜਾ ਮਸਲ ਆ ਜਿਨ੍ਹਾਂ ਨੂੰ ਸੈਪਟਾ ਜਾਂ ਸੈਪਟਮ ਕਿਹਾ ਜਾਂਦਾ ਹੈ, ਦਿਲ ਨੂੰ ਦੋ ਪਾਸਿਆਂ ਵਿੱਚ ਵੰਡਦਾ ਹੈ। ਦਿਲ ਦੇ ਸੱਜੇ ਪਾਸੇ ਸੱਜਾ ਐਟਰੀਅਮ ਤੇ ਵੈਂਟ੍ਰੀਕਲ ਫੇਫੜਿਆਂ ਵਿੱਚ ਆਕਸੀਜਨ ਖਰਾਬ ਖੂਨ ਨੂੰ ਪੰਪ ਕਰਨ ਲਈ ਕੰਮ ਕਰਦੇ ਨੇ, ਤੇ ਜਿਹੜਾ ਖੱਬਾ ਪਾਸਾ, ਖੱਬੇ ਪਾਸੇ ਖੱਬਾ ਐਟਰੀਅਮ ਤੇ ਵੈਂਟ੍ਰੀਕਲ ਸਰੀਰ ਨੂੰ ਆਕਸੀਜਨ ਵਾਲੇ ਖੂਨ ਨੂੰ ਪੰਪ ਕਰਨ ਲਈ ਜੋੜਦੇ ਹਨ। ਠੀਕ ਹੈ ਜੀ, ਜਿਹੜਾ ਅਸੀਂ ਹੁਣੀ ਪਹਿਲਾਂ ਦੇਖ ਕੇ ਹਟੇ ਹਾਂ। ਤਾਂ ਤੁਸੀਂ ਆਹ ਪਿਕਚਰ 'ਚ ਵੀ ਇਹਦੀ ਲੋਕੇਸ਼ਨ ਦੇਖ ਸਕਦੇ ਹੋ। ਆਹ ਦੇਖੋ, ਇਹਦੇ 'ਚ ਮੈਂ ਤੁਹਾਨੂੰ ਹੋਰ ਕਲੀਅਰ ਸਮਝਾ ਸਕਦੀ ਹਾਂ। ਦੇਖੋ, ਜਿਵੇਂ ਸਾਡੀ ਬੋਡੀ 'ਚੋਂ ਇੱਥੋਂ ਡੀਆਕਸੀਜਨੇਟਡ ਬਲੱਡ ਆਇਆ ਸਭ ਤੋਂ ਪਹਿਲਾਂ ਰਾਈਟ ਔਰੀਕਲ ਦੇ ਵਿੱਚ। ਠੀਕ ਹੈ ਜੀ, ਇਹ ਹੈਗਾ ਸਾਡਾ ਰਾਈਟ ਔਰੀਕਲ। ਜਿਹੜਾ ਆਹ ਸਾਡੇ ਤੁਸੀਂ ਦੇਖ ਰਹੇ ਹੋ ਵਾਲਵ ਆ ਇੱਕ, ਇਹ ਹੈਗਾ ਟ੍ਰਾਈਕਸਪਿਡ। ਤਾਂ ਇਹਦੇ ਵਿੱਚੋਂ ਫਿਰ ਉਸ ਤੋਂ ਬਾਅਦ ਜਿਹੜਾ ਰਾਈਟ ਵੈਂਟ੍ਰੀਕਲ ਦੇ ਵਿੱਚ ਸਾਰਾ ਸਾਡਾ ਬਲੱਡ ਆ ਜਿਹੜਾ ਉਹ ਆਉਂਦਾ ਹੈ। ਇਸ ਤੋਂ ਬਾਅਦ ਇਸ ਪਲਮਨਰੀ ਆਰਟਰੀਜ਼ ਦੇ ਰਾਹੀਂ ਹੁੰਦਾ ਹੈ ਜਿਹੜਾ ਬਲੱਡ ਆ ਉਹ ਲੰਗਸ ਵੱਲ ਜਾਂਦਾ ਹੈ। ਉੱਥੋਂ ਆਕਸੀਜਨੇਟ ਹੋ ਕੇ, ਯਾਨੀ ਕਿ ਆਕਸੀਜਨ ਨੂੰ ਨਾਲ ਕੈਰੀ ਕਰਕੇ ਦੁਬਾਰਾ ਜਿਹੜਾ ਸਾਡਾ ਬਲੱਡ ਹੈ ਉਹ ਲੈਫਟ ਔਰੀਕਲ ਦੇ ਵਿੱਚ ਆਉਂਦਾ ਹੈ। ਲੈਫਟ ਔਰੀਕਲ ਤੋਂ ਫਿਰ ਤੁਸੀਂ ਆਹ ਦੇਖ ਸਕਦੇ ਹੋ ਬਾਈਕਸਪਿਡ ਜਾਂ ਜਿਹੜਾ ਮਿਟਰਲ ਵਾਲਵ ਆ, ਇਹਦੇ ਰਾਹੀਂ ਇਹ ਲੈਫਟ ਵੈਂਟ੍ਰੀਕਲ ਦੇ ਵਿੱਚ ਆਉਂਦਾ ਹੈ, ਅਤੇ ਲੈਫਟ ਵੈਂਟ੍ਰੀਕਲ ਦੇ ਵਿੱਚੋਂ ਇੱਥੋਂ ਹੁੰਦਾ ਹੋਇਆ ਅਰੋਟਾ ਰਾਹੀਂ ਪੂਰੇ ਬੋਡੀ ਵਿੱਚ ਜਾਂਦਾ ਹੈ। ਅਤੇ ਜਿਹੜਾ ਮਸਲ ਆ, ਜਿਹੜਾ ਇਹਨਾਂ ਨੂੰ ਦੋ ਵੈਂਟ੍ਰੀਕਲ ਦੇਖੋ ਸਾਹਮਣੇ ਜਦੋਂ ਵੰਡ ਰਹੇ ਹਨ ਨਾ ਦੋ ਪਾਰਟ ਦੇ ਵਿੱਚ, ਇਹਨੂੰ ਕਹਿੰਦੇ ਆ ਸੈਪਟਮ ਜਾਂ ਸੈਪਟਾ। ਤਾਂ ਇੱਕ ਇੰਪੋਰਟੈਂਟ ਚੀਜ਼ ਹੋਰ ਆ ਦੋਸਤੋ, ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਇੱਕ ਨਾ ਤੁਸੀਂ ਸੁਣਿਆ ਹੋਣਾ ਐਸਏ ਨੋਡ ਜਾਂ ਏਵੀ ਨੋਡ ਦੇ ਬਾਰੇ। ਤਾਂ ਜਿਹੜੀ ਆਪਣਾ ਹਾਰਟ ਹੁੰਦਾ ਹੈ, ਹਾਰਟ ਦੇ ਵਿੱਚ ਸਾਡੇ ਰਾਈਟ ਔਰੀਕਲ ਵਾਲੀ ਸਾਈਡ ਉੱਪਰੋਂ ਜਿਹੜਾ ਆਹ ਤੁਸੀਂ ਦੇਖ ਰਹੇ ਹੋ ਇਹਨੂੰ ਕਹਿੰਦੇ ਆ ਐਸਏ ਨੋਡ। ਜੀ ਹਾਂ, ਅਤੇ ਜਿਹੜਾ ਆਹ ਨੀਚੇ ਤੁਸੀਂ ਦੇਖ ਰਹੇ ਹੋ ਥੋੜ੍ਹਾ ਲਾਈਟ ਯੈਲੋ, ਇਹ ਹੈਗੀ ਆ ਏਵੀ ਨੋਡ। ਐਸੇ ਨੋਡ ਨੂੰ ਨੈਚੁਰਲ ਪੇਸ ਮੇਕਰ ਵੀ ਕਹਿੰਦੇ ਆ। ਤੁਸੀਂ ਸ਼ਾਇਦ ਦੇਖਿਆ ਹੋਣਾ ਸਾਡੇ ਫੈਮਿਲੀ ਜਾਂ ਕਿਸੇ ਵੀ ਦੋਸਤ ਮਿੱਤਰ ਤੋਂ ਜਾਂ ਕਿਸੇ ਰਿਸ਼ਤੇਦਾਰ ਪਰਿਵਾਰਕ ਚੋਂ ਕਿ ਕਿਸੇ ਦੇ ਨਾ ਪੇਸ ਮੇਕਰ ਪਵਾਇਆ, ਉਹਦਾ ਹਾਰਟ ਕੰਮ ਕਰਨਾ ਘਟ ਗਿਆ ਸੀ। ਤਾਂ ਜਿਹੜਾ ਇਹ ਪੇਸ ਮੇਕਰ ਤੁਸੀਂ ਦੇਖ ਰਹੇ ਹੋ ਜਿਹਨੂੰ ਐਸਏ ਨੋਡ ਕਹਿੰਦੇ ਆ, ਇਹ ਇੱਕ ਨੈਚੁਰਲ ਪੇਸ ਮੇਕਰ ਆ ਜਿਹਦਾ ਕੰਮ ਹੈ ਕਿ ਇਲੈਕਟ੍ਰੀਕਲ ਸਿਗਨਲ ਜਨਰੇਟ ਕਰਨਾ, ਤਾਂ ਕਿ ਜਿਹੜਾ ਅੱਪਰ ਹਾਰਟ ਆ ਨਾ, ਇਹ ਵਾਲਾ ਅੱਪਰ ਹਾਰਟ, ਇਹ ਕੰਟਰੈਕਟ ਹੋ ਸਕੇ ਜਾਂ ਫਿਰ ਪੰਪ ਕਰ ਸਕੇ। ਅਤੇ ਜਿਹੜਾ ਐਸਏ ਨੋਡ ਆ, ਫਿਰ ਜਿਹੜਾ ਏਵੀ ਨੋਡ ਆ, ਇਸ ਤੋਂ ਜਿਹੜੇ ਵੀ ਸਾਡੀ ਇਲੈਕਟ੍ਰੀਕਲ ਇੰਪਲਸ ਨੇ ਇਹਦੇ ਕੋਲ ਆਉਂਦੀਆਂ, ਅਤੇ ਇੱਥੋਂ ਟਰਾਂਸਫਰ ਹੁੰਦੀਆਂ ਹੋਈਆਂ ਇਹ ਜਿਹੜਾ ਨੀਚੇ ਵਾਲਾ ਆ ਪਾਰਟ ਸਾਡਾ ਵੈਂਟ੍ਰੀਕਲ ਨੇ ਸਾਡੇ, ਇਹਨੂੰ ਕੰਟਰੈਕਟ ਜਾਂ ਰਿਲੈਕਸ ਕਰਨ 'ਚ ਆਪਣੇ ਪੰਪ ਕਰਨ 'ਚ ਹੈਲਪ ਕਰਦੀ ਆ। ਯਾਨੀ ਕਿ ਐਸਏ ਨੋਡ ਇਲੈਕਟ੍ਰੀਕਲ ਸਿਗਨਲ ਨੂੰ ਜਨਰੇਟ ਕਰਦਾ ਤਾਂ ਕਿ ਅੱਪਰ ਜਿਹੜੇ ਚੈਂਬਰ ਨੇ ਉਹ ਕੰਟਰੈਕਟ ਜਾਂ ਪੰਪ ਕਰ ਸਕਣ। ਅਤੇ ਜਿਹੜੀ ਏਵੀ ਨੋਡ ਹੈ, ਆਹ ਵਾਲੀ ਤੁਸੀਂ ਦੇਖ ਸਕਦੇ ਹੋ, ਏਵੀ ਨੋਡ ਇਹ ਜਿਹੜੀ ਸਾਨੂੰ ਐਸਏ ਨੋਡ ਰਾਹੀਂ ਜਿਹੜੇ ਸਿਗਨਲ ਮਿਲੇ ਆ ਉਹਨਾਂ ਨੂੰ ਲੋਅਰ ਹਾਰਟ ਚੈਂਬਰ ਤੱਕ ਆ ਜਿਹੜਾ ਉਹ ਟਰਾਂਸਫਰ ਕਰਦੀ ਹੈ, ਤਾਂ ਜੋ ਜਿਹੜਾ ਲੋਅਰ ਪਾਰਟ ਆ, ਲੋਅਰ ਜਿਹੜੇ ਵੈਂਟ੍ਰੀਕਲ ਨੇ ਉਹ ਵੀ ਕੰਟਰੈਕਟ ਜਾਂ ਪੰਪ ਕਰ ਸਕਣ। ਠੀਕ ਹੈ ਜੀ, ਤਾਂ ਐਸਏ ਨੋਡ ਹੁੰਦਾ ਆ, ਇਹਨੂੰ ਕਹਿੰਦੇ ਆ ਸਾਡੇ ਨੈਚੁਰਲ ਪੇਸ ਮੇਕਰ। ਸੋ ਅੱਗੇ ਅਸੀਂ ਦੇਖਾਂਗੇ ਦਾ ਹਾਰਟ। ਅੱਛਾ, ਇਹ ਐਸੇ ਨੋਡ ਬਾਰੇ ਲਿਖਿਆ ਹੈ, ਦਾ ਹਾਰਟ ਹੈਜ਼ ਟੂ ਨੋਡਸ ਦੈਟ ਆਰ ਇੰਸਟਰੂਮੈਂਟਲ ਇਨ ਕਾਰਡਿਕ ਕੰਡਕਸ਼ਨ which is the electrical system that power the cardiac cycle. These two nodes are the synovial SA node ਅਤੇ AV node ਆ ਜਿਹੜੀ atrioventricular node। ਇਹ ਹੁੰਦੀਆਂ ਨੇ ਦੋ ਨੋਡਸ, ਜਿਹਦੇ ਬਾਰੇ ਮੈਂ ਹੁਣੀ ਤੁਹਾਨੂੰ ਦੱਸਿਆ ਹੈ ਕਿ ਜਿਹੜੀਆਂ ਖੂਨ ਆਪਣੇ ਸਾਡੇ ਹਾਰਟ ਦੇ ਵਿੱਚ ਉਹਨੂੰ ਕੰਟਰੈਕਟ ਕਰਨ ਲਈ ਰਿਸਪੋਂਸੀਬਲ ਹੁੰਦੀਆਂ ਨੇ, ਜਿਹੜੀਆਂ ਨੈਚੁਰਲ ਤਰੀਕੇ ਦੇ ਨਾਲ ਇਲੈਕਟ੍ਰੀਕਲ ਸਿਗਨਲ ਨੇ ਜਿਹੜੀਆਂ ਉਹ ਪ੍ਰੋਡਿਊਸ ਕਰਦੀਆਂ ਨੇ। ਜਦੋਂ ਕਿਸੇ ਦੀ ਇਹ ਜਿਹੜੀ ਨੋਡ ਹੈ ਇਹ ਖਰਾਬ ਹੋ ਜਾਂਦੀ ਆ ਜਾਂ ਘੱਟ ਕੰਮ ਕਰਦੀ ਆ, ਤਾਂ ਫਿਰ ਇੱਕ ਜਿਹੜੀ ਆਰਟੀਫਿਸ਼ਲ ਜਿਹਨੂੰ ਅਸੀਂ ਪੇਸ ਮੇਕਰ ਕਹਿੰਦੇ ਆ, ਉਹ ਸਾਡੀ ਬੋਡੀ ਦੇ ਵਿੱਚ ਓਪਰੇਟ ਕਰਕੇ ਸਰਜਰੀ ਦੇ ਰਾਹੀਂ ਮਤਲਬ ਰੱਖਿਆ ਜਾਂਦਾ ਹੈ ਤਾਂ ਕਿ ਜਿਹੜਾ ਹਾਰਟ ਆ ਉਹ ਕੰਟਰੈਕਟ ਕਰ ਸਕੇ, ਪੰਪ ਕਰ ਸਕੇ। ਤਾਂ ਇਹ ਇੱਕ ਵਾਰ ਫਿਰ ਲਾਸਟ ਦੇਖ ਲੈਂਦੇ ਹਾਂ, ਤੁਸੀਂ ਇਸ ਪਿਕਚਰ ਰਾਹੀਂ ਦੇਖ ਸਕਦੇ ਹੋ ਸਾਡੀ ਸੁਪੀਰੀਅਰ ਵੇਨਾ ਕਾਵਾ, ਠੀਕ ਹੈ ਜੀ, ਇਨਫੀਰੀਅਰ ਵੇਨਾ ਕਾਵਾ, ਆਹ ਸਾਡਾ ਜਿਹੜਾ ਆ ਟ੍ਰਾਈਕਸਪਿਡ ਵਾਲਵ ਆ, ਆਹ ਸਾਡਾ ਪਲਮਨਰੀ ਵਾਲਵ ਆ, ਠੀਕ ਹੈ ਜੀ, ਆਹ ਐਰੋਟਿਕ ਵਾਲਵ ਆ ਜਿਹੜਾ ਲਾਸਟ ਦੇ ਵਿੱਚ ਅਰੋਟਾ ਰਾਹੀਂ ਖੂਨ ਜਾਂਦਾ ਜਿਹਤੋਂ ਬੋਡੀ ਦੇ ਵਿੱਚ, ਆਹ ਸਾਡਾ ਮਿਟਰਲ ਵਾਲਵ ਆ, ਇਹਨੂੰ ਬਾਈਕਸਪਿਡ ਵੀ ਕਹਿ ਦਿੰਦੇ ਆ, ਆਹ ਪਲਮਨਰੀ ਵੇਨਸ ਨੇ, ਪਲਮਨਰੀ ਆਰਟਰੀਜ਼, ਅਰੋਟਾ। ਤਾਂ ਸਭ ਤੋਂ ਪਹਿਲਾਂ ਸੁਪੀਰੀਅਰ ਵੇਨਾ ਕਾਵਾ ਰਾਹੀਂ ਜਾਂ ਇਨਫੀਰੀਅਰ ਵੇਨਾ ਕਾਵਾ ਰਾਹੀਂ ਜਿਹੜਾ ਰਾਈਟ ਔਰੀਅਮ ਦੇ ਵਿੱਚ ਸਾਡਾ ਬਲੱਡ ਆਇਆ, ਟ੍ਰਾਈਕਸਪਿਡ ਤੋਂ ਹੁੰਦਾ ਹੋਇਆ ਇਹ ਰਾਈਟ ਵੈਂਟ੍ਰੀਕਲ ਦੇ ਵਿੱਚ ਆਇਆ,
ਫਿਰ ਪਲਮਨਰੀ ਆਰਟਰੀਜ਼ ਤੋਂ ਹੁੰਦਾ ਹੋਇਆ ਇਹ ਲੰਗਸ ਵੱਲ ਗਿਆ, ਦੁਬਾਰਾ ਪਲਮਨਰੀ ਵੇਨਸ ਦੇ ਰਾਹੀਂ ਇਹਨੇ ਲੈਫਟ ਔਰੀਅਮ ਦੇ ਵਿੱਚ, ਐਟਰੀਅਮ ਦੇ ਵਿੱਚ ਸੌਰੀ, ਫਿਰ ਐਂਟਰੀ ਕੀਤੀ। ਹੁਣ ਇਹ ਆਕਸੀਜਨੇਟਡ ਹੋ ਗਿਆ ਹੈ। ਇਸ ਤੋਂ ਬਾਅਦ ਇਹ ਮਿਟਰਲ ਵਾਲਵ ਤੋਂ ਹੁੰਦਾ ਹੋਇਆ ਲੈਫਟ ਵੈਂਟਰੀਕਲ ਦੇ ਵਿੱਚ ਤੇ ਐਰੋਟਿਕ ਵਾਲਵ ਤੋਂ ਹੁੰਦਾ ਹੋਇਆ ਪੂਰੀ ਬਾਡੀ ਦੇ ਵਿੱਚ ਚਲਾ ਗਿਆ। ਹੁਣ ਇੱਥੇ ਇੱਕ ਕੁਐਸਚਨ ਹੋਰ ਬਣਦਾ ਆ ਕਿ ਬਾਡੀ ਦੀ ਜਿਹੜਾ ਹਾਰਟ ਹੈ, ਮਨੁੱਖੀ ਦਿਲ ਹੈ, ਉਹਦੇ ਰਾਈਟ ਸਾਈਡ ਕਿਹੜਾ ਬਲੱਡ ਹੁੰਦਾ ਤੇ ਲੈਫਟ ਸਾਈਡ ਕਿਹੜਾ ਹੁੰਦਾ। ਤਾਂ ਦੋਸਤੋ ਜਿਹੜਾ ਰਾਈਟ ਸਾਈਡ ਬਲੱਡ ਹੁੰਦਾ ਇਹ ਹੁੰਦਾ ਡੀਆਕਸੀਜਨੇਟਡ, ਯਾਨੀ ਕਿ ਅਸ਼ੁੱਧ ਖੂਨ ਹੁੰਦਾ, ਇਹਦੇ ਵਿੱਚ ਕਾਰਬਨ ਡਾਈਆਕਸਾਈਡ ਹੁੰਦੀ ਹੈ, ਠੀਕ ਹੈ ਜੀ। ਤੇ ਜਿਹੜਾ ਇਹਦਾ ਲੈਫਟ ਸਾਈਡ ਹੁੰਦਾ, ਇੱਧਰ ਹੁੰਦਾ ਆਕਸੀਜਨੇਟਡ, ਯਾਨੀ ਕਿ ਸ਼ੁੱਧ ਖੂਨ। ਤਾਂ ਜਿਹੜਾ ਇਹ ਮਸਲ ਆ ਇਹਦੇ ਬਾਰੇ ਵੀ ਅਸੀਂ ਗੱਲ ਕਰ ਲਈ, ਜਿਹਨੂੰ ਸੈਪਟਾ ਜਾਂ ਸੈਪਟਮ ਕਿਹਾ ਜਾਂਦਾ ਆ, ਠੀਕ ਹੈ ਜੀ। ਇਹਦੀਆਂ 3 ਲੇਅਰਸ ਹੁੰਦੀਆਂ ਨੇ ਜਿਹਦੇ ਬਾਰੇ ਤੁਸੀਂ ਜਾਣਦੇ ਹੀ ਹੋ। ਐਂਡ ਇਹਦੇ ਵਿੱਚ ਹੋਰ ਇੰਪੋਰਟੈਂਟ ਚੀਜ਼, ਹਾਂਜੀ ਬਸ ਇਹ ਚੀਜ਼ਾਂ ਅਸੀਂ ਸਾਰੀਆਂ ਡਿਸਕਸ ਕਰ ਹੀ ਲਈਆਂ, ਜੋ ਵੀ ਇੰਪੋਰਟੈਂਟ ਚੀਜ਼ਾਂ ਸੀਗੀਆਂ, ਠੀਕ ਹੈ ਜੀ। ਫਿਰ ਵੀ ਅਸੀਂ ਇਸ ਵੀਡੀਓ ਤੋਂ ਬਾਅਦ ਤੁਹਾਡੇ ਨਾਲ 20 MCQs ਇਹਦੇ ਰਿਲੇਟਡ ਆਪਾਂ ਡਿਸਕਸ ਕਰਾਂਗੇ, ਤਾਂ ਕਿ ਜਿਹੜੀ ਵੀ ਕੋਈ ਚੀਜ਼ ਸਾਡੀ ਛੁੱਟ ਗਈ ਹੋਵੇ ਜਾਂ ਕੁਛ ਵੀ ਸਾਡੀ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਇਸ ਸਿਸਟਮ ਨੂੰ ਲੈ ਕੇ ਰਹਿ ਗਈ ਹੋਵੇ, ਉਹ ਸਾਡੀ ਦੁਬਾਰਾ ਅਸੀਂ ਆਪਸ 'ਚ ਡਿਸਕਸ ਕਰ ਸਕੀਏ। ਤਾਂ ਬਹੁਤ ਜਲਦੀ ਜਿਹੜੀ ਨੈਕਸਟ ਵੀਡੀਓ ਆਊਗੀ ਉਹ ਸਾਡੀ MCQs ਦੀ ਆਊਗੀ, ਸਾਡੇ ਸਰਕੂਲੇਟਰੀ ਸਿਸਟਮ ਦੇ। ਇਸੇ ਤਰ੍ਹਾਂ ਅਸੀਂ ਇੱਕ ਸਿਸਟਮ ਕਰਾਂਗੇ ਤੇ ਉਹਦੇ ਰਿਗਾਰਡਿੰਗ ਫਿਰ ਕੁਝ MCQs ਕਰਿਆ ਕਰਾਂਗੇ, ਤਾਂ ਕਿ ਉਹਦੇ ਬਾਰੇ ਹੋਰ ਜ਼ਿਆਦਾ ਚੰਗੀ ਤਰ੍ਹਾਂ ਜਾਣ ਸਕੀਏ, ਠੀਕ ਹੈ ਜੀ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਐਂਡ ਲਾਸਟ ਦੇ ਵਿੱਚ ਇੱਕ ਸਾਡੇ 3-4 ਕੁਐਸਚਨ ਨੇ, ਜਿਵੇਂ ਹਾਰਟ ਸੈੱਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਾਰਡਿਕ ਸੈੱਲ, ਬਹੁਤ ਇੰਪੋਰਟੈਂਟ ਹੈ, ਛੋਟੇ ਜਿਹੇ ਕੁਐਸਚਨ ਹੈ, ਕਈ ਵਾਰ ਐਗਜ਼ਾਮ 'ਚ ਆ ਜਾਂਦੇ ਆ। ਜਿਹੜੀ ਹਾਰਟ ਦੀ ਸਟੱਡੀ ਹੁੰਦੀ ਹੈ ਉਹਨੂੰ ਕਿਹਾ ਜਾਂਦਾ ਕਾਰਡੀਓਲੋਜੀ। ਐਕਚੁਅਲੀ ਕਿਸੇ ਵੀ ਵਰਡ ਦੇ ਪਿੱਛੇ ਜਦੋਂ ਲੌਜੀ ਲੱਗ ਜਾਵੇ ਦੈਟ ਮੀਨਸ ਉਹ ਉਸ ਚੀਜ਼ ਦੀ ਸਟੱਡੀ ਦੀ ਗੱਲ ਕਰਦੀ ਹੈ। ਔਰ ਕਾਰਡਿਕ ਤੁਹਾਨੂੰ ਪਤਾ ਹੋਣਾ, ਕਾਰਡਿਕ ਜਦੋਂ ਵੀ ਕਾਰਡਿਕ ਵਰਡ ਆ ਜਾਵੇ ਦੈਟ ਮੀਨਸ ਅਸੀਂ ਹਾਰਟ ਦੀ ਗੱਲ ਕਰ ਰਹੇ ਹਾਂ, ਦਿਲ ਦੀ ਗੱਲ ਕਰ ਰਹੇ ਹਾਂ। ਤਾਂ ਕਾਰਡੀਓਲੋਜੀ ਹਾਰਟ ਦੀ ਸਟੱਡੀ ਹੋ ਗਈ। ਡਾਕਟਰ ਆਫ ਹਾਰਟ ਨੂੰ ਅਸੀਂ ਕਹਿੰਦੇ ਹਾਂ ਕਾਰਡੀਓਲੋਜਿਸਟ। ਵੇਟ ਆਫ ਹਾਰਟ, ਮਨੁੱਖੀ ਜਿਹੜਾ ਦਿਲ ਆ ਉਹਦਾ ਜਿਹੜਾ ਵਜ਼ਨ ਆ ਉਹ ਤਕਰੀਬਨ 250 ਤੋਂ 320 ਗ੍ਰਾਮ ਤੱਕ ਹੁੰਦਾ ਆ, ਠੀਕ ਹੈ ਜੀ। ਤਾਂ ਥੈਂਕ ਯੂ ਵੀਡੀਓ ਨੂੰ ਦੇਖਣ ਦੇ ਲਈ। ਕੋਈ ਮਿਸਟੇਕ ਹੋ ਗਈ ਹੋਵੇ ਤਾਂ ਕੋਸ਼ਿਸ਼ ਕਰੂੰਗੀ ਕਿ ਦੁਬਾਰਾ ਉਹਨੂੰ ਸਹੀ ਕਰਾਂ, ਕਈ ਵਾਰ ਬੋਲਦੇ ਜਾਂ ਗੱਲ ਕਰਦੇ ਵਕਤ ਨਹੀਂ ਯਾਦ ਰਹਿੰਦਾ, ਧਿਆਨ 'ਚ ਰਹਿੰਦਾ। ਤਾਂ ਹੋਪ ਸੋ ਕਿ ਤੁਹਾਨੂੰ ਕਾਰਡਿਕ ਸਾਡਾ ਜਿਹੜਾ ਸਿਸਟਮ ਆ ਉਹਦੇ ਬਾਰੇ ਜ਼ਿਆਦਾ ਪੂਰੀ ਤਰ੍ਹਾਂ ਸਮਝ ਆ ਗਈ ਹੋਊਗੀ, ਠੀਕ ਹੈ ਜੀ। ਤਾਂ ਬਲੱਡ ਸਰਕੂਲੇਟਰੀ ਸਿਸਟਮ ਦੇ ਬਾਰੇ 'ਚ ਅੱਜ ਇੰਨਾ ਹੀ। ਤਾਂ ਦੁਬਾਰਾ ਨਵੀਂ ਵੀਡੀਓ 'ਚ ਮਿਲਾਂਗੇ ਇੱਕ ਨਵੇਂ ਇਹਦੀ ਕੁਐਸਚਨ ਸੀਰੀਜ਼ ਨੂੰ ਲੈ ਕੇ। ਧੰਨਵਾਦ।